ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1371 ਅੰਗ ਤੋਂ ਇਹ ਬਚਨਾਂ ਦੀ ਆਰੰਭਤਾ ਹੁੰਦੀ ਹੈ ਤੇ ਪਾਵਨ ਪਵਿੱਤਰ ਜ਼ੁਬਾਨੀ ਪਾਕ ਤੋਂ ਭਗਤ ਬਾਬਾ ਕਬੀਰ ਸਾਹਿਬ ਜੀ ਉਚਾਰਨ ਕਰਕੇ ਸਾਨੂੰ ਬਖਸ਼ਿਸ਼ ਕਰ ਰਹੇ ਹਨ। ਮਹਾਰਾਜ ਕਬੀਰ ਸਾਹਿਬ ਕਹਿੰਦੇ ਜੇ ਪਰਮਾਤਮਾ ਦੇ ਨਾਲ ਜੁੜੇ ਹੋਏ, ਪਰਮਾਤਮਾ ਦੇ ਨਾਲ ਸੰਬੰਧ ਜੁੜਿਆ ਹੋਵੇ, ਕਹਿੰਦੇ ਨੇ ਫਿਰ ਬੁੱਧੀ ਵਿਸ਼ਾਲ ਹੋ ਜਾਂਦੀ ਹੈ, ਆਤਮ ਵਿਸ਼ੈਣੀ ਬੁੱਧ ਹੋ ਜਾਂਦੀ, ਬੁੱਧ ਵਿਵੇਕ ਹੋ ਜਾਂਦੀ ਹੈ, ਗਿਆਨ ਵਾਲੀ ਹੋ ਜਾਂਦੀ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ, ਫਿਰ ਜਿਹੜੇ ਜਾਮਿਆ ਨਾ ਉਸ ਜੀਵ ਦਾ, ਉਸ ਬੁੱਧੀ ਧਾਰੀ ਦਾ ਕਦੇ ਵੀ ਤਿਰਸਕਾਰ ਨਹੀਂ ਕਰ ਸਕਦੇ, ਕਦੇ ਵੀ ਨਿਰਾਦਰ ਨਹੀਂ ਕਰ ਸਕਦੇ। ਜਿਹਦੇ ਕੋਲ ਵਿਵੇਕ ਬੁੱਧ ਆ ਗਈ, ਜਿਹਦੇ ਕੋਲ ਆਤਮ ਵਿਸ਼ੈਣੀ ਬੁੱਧ ਆ ਗਈ, ਜਿਹਦੇ ਕੋਲ ਪਰਮਾਤਮਾ ਵਾਲੀ ਬੁੱਧ ਆ ਗਈ, ਇਹ ਬੁੱਧ ਬਣਦੀ ਏ ਪਰਮਾਤਮਾ ਨੂੰ ਜਪਿਆ, ਉਸ ਨੂੰ ਇਹ ਬੁੱਧ ਦੀ ਪ੍ਰਾਪਤ ਹੋਈ, ਇਹ ਬੁੱਧੀ ਉਸ ਨੂੰ ਪ੍ਰਾਪਤ ਹੋਈ ਜਿਨੇ ਪਰਮਾਤਮਾ ਨੂੰ ਜਪਿਆ। ਮਹਾਰਾਜ ਕਹਿੰਦੇ ਜਮਾਂ ਦੇ ਤਿਰਸਕਾਰ ਤੋਂ ਬਚਿਆ ਉਹ ਜਿਨ ਜਪਿਆ, ਜਿਨ ਇਹ ਜਮੂਆ ਸਿਰਜਿਆ ਸੋ ਜਪਿਆ ਪਰਵਤਗਾਰ। ਜਿਨੇ ਜਮ ਬਣਾਇਆ ਨਾ, ਜਿਨੇ ਮੌਤ ਬਣਾਈ ਨਾ, ਜਿਨੇ ਪ੍ਰਕਿਰਤੀ ਬਣਾਈ ਆ ਨਾ, ਮਹਾਰਾਜ ਕਹਿੰਦੇ ਅਸੀਂ ਉਹਨੂੰ ਜਪਿਆ। ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਜਪ ਲਿਆ ਉਹਨੂੰ ਇਹ ਕੁਝ ਵੀ ਜਮ ਕਹਿ ਨਹੀਂ ਸਕਦੇ। ਉਹਨੂੰ ਤਾਂ ਮਹਾਰਾਜ ਕਹਿੰਦੇ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਭਾਉ ਕਿਛ ਨਾਹੀ, ਜਮ ਨਹੀਂ ਆਵੇ ਨੀਰੇ। ਜੋ ਤੇਰੇ ਰੰਗ ਰਾਤੇ ਸੁਆਮੀ, ਤਿਨ ਕਾ ਜਨਮ ਮਰਨ ਦੁਖ ਨਾਸਾ। ਤੇਰੀ ਬਖਸ਼ ਨਾ ਮੇਟੈ ਕੋਈ, ਇਹ ਵੈਗੁਰੂ ਤੇਰੀ ਬਖਸ਼ਿਸ਼, ਤੇਰੀ ਦਾਤ ਕੌਣ ਮੇਟ ਸਕਦਾ ਹੈ। ਉਹਦੇ ਰੰਗ ਵਿੱਚ ਰਤੇ ਗਏ ਜਦ ਜਪਿਆ, ਪ੍ਰੇਮ ਰੰਗ ਦੇ ਅੰਦਰ ਰਤੇ ਮਤੇ ਗਏ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਉਹਨਾਂ ਦਾ ਹਿਰਦਾ ਇੰਨਾ ਕੁ ਵਿਸ਼ਾਲਤਾ ਵਾਲਾ ਬਣ ਗਿਆ ਕਿਉਂਕਿ ਹਿਰਦੇ ਦੇ ਅੰਦਰ ਪ੍ਰਭੂ ਪ੍ਰਗਟ ਹੋ ਗਿਆ। ਔਰ ਤਨ ਮੈਂ ਹਰ ਹੈ, ਹਰ ਮੈਂ ਤਨ ਹੈ। ਤਨ ਦੇ ਅੰਦਰ ਪ੍ਰਭੂ ਜਿਹੜਾ ਪ੍ਰਗਟ ਹੋ ਗਿਆ ਤੇ ਜਿਹੜਾ ਸੂਖਸ਼ਮ ਸਰੀਰ ਹੈ ਉਹ ਪ੍ਰਭੂ ਦੇ ਵਿੱਚ ਮਿਲ ਗਿਆ, ਇੱਕ ਰੂਪ ਹੋ ਗਏ। ਮਹਾਰਾਜ ਸਾਹਿਬ ਕਹਿੰਦੇ ਫਿਰ ਉਹਦੇ ਅੰਦਰੋਂ ਸੁਗੰਧੀ ਨਾਮ ਦੀ ਆਉਣ ਲੱਗ ਪਈ, ਵਿਕਾਰਾਂ ਦੀ, ਬੁਰੇ ਵਿਚਾਰਾਂ ਦੀ, ਬਦਫੈਲੀਆਂ ਦੀ ਬਦਬੂ ਅੰਦਰੋਂ ਚਲੀ ਗਈ। ਮਹਾਰਾਜ ਕਬੀਰ ਸਾਹਿਬ ਬਚਨ ਕਰਦੇ, ਕਬੀਰ ਕਸਤੂਰੀ ਭਇਆ ਭਵਰ ਭਏ ਸਭ ਦਾਸ। ਮਹਾਰਾਜ ਕਬੀਰ ਸਾਹਿਬ ਕਹਿੰਦੇ ਉਹ ਹਿਰਦਾ ਜਿਹੜਾ ਸੀ ਨਾ ਉਹ ਕਸਤੂਰੀ ਵਰਗਾ ਹੋ ਗਿਆ। ਕਸਤੂਰੀ ਜਿਵੇਂ ਕਿਤੇ ਵੀ ਪਈ ਹੋਵੇ, ਬੜੀ ਸੁਗੰਧੀ ਵਾਲੀ, ਦੇਖਣ ਤੋਂ ਪਹਿਲਾਂ ਨੱਕ ਦੱਸ ਦਿੰਦਾ ਹੈ ਬਈ ਇੱਥੇ ਕੋਈ ਵਸਤੂ ਪਈ, ਅਤ ਦੀ ਸੁਗੰਧਤਾ ਹੈ। ਮਹਾਰਾਜ ਕਹਿੰਦੇ ਜਿੱਥੇ ਸੁਗੰਧੀ, ਜਿੱਥੇ ਮੁਕਰੰਦੀ ਹੈ, ਜਿਹੜੇ ਫੁੱਲ ਦੇ ਕੋਲ ਉੱਥੇ ਭੌਰੇ ਮਧੂ ਮੱਖੀਆਂ ਚੱਲ ਕੇ ਆਉਂਦੀਆਂ ਨੇ, ਗੂੰਜਾਂ ਪਾਉਂਦੀਆਂ ਨੇ, ਉਹਦੇ ਰਸ ਨੂੰ ਮਾਣਦੀਆਂ ਨੇ। ਮਹਾਰਾਜ ਸਾਹਿਬ ਕਹਿੰਦੇ ਜਿਹੜੇ ਹਿਰਦਿਆਂ ਅੰਦਰ ਕਸਤੂਰੀ ਰੂਪ ਪਰਿਪੂਰਨ ਪਰਮਾਤਮਾ ਦਾ ਨਾਮ ਗਿਆਨ ਹਿਰਦੇ ਦੇ ਅੰਦਰ ਪ੍ਰਗਟ ਹੋ ਗਿਆ ਨਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦਾਸ ਸੇਵਕਾਂ ਰੂਪੀ ਭਵਰੇ ਆਵਣਗੇ, ਆ ਕੇ ਨਾਮ ਦੀ ਸੁਗੰਧੀ ਉਥੋਂ ਲੈਣਗੇ, ਉਥੋਂ ਰਸ ਨੂੰ ਮਾਣਨਗੇ, ਉਥੇ ਜੁੜ ਜਾਣ। ਕਬੀਰ ਕਸਤੂਰੀ ਭਇਆ, ਕਬੀਰ ਦਾ ਅਰਥ ਹੈ ਵੱਡਾ,
ਵੱਡਾ ਹੈ ਪਰਮਾਤਮਾ, ਜਿਹਨੂੰ ਮਹਾਰਾਜ ਕਹਿੰਦੇ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਜਿਨੇ ਰੱਖਿਆ ਕੀਤੀ ਉਹ ਵੱਡਾ ਹੈ। ਤੇ ਜਿਹੜਾ ਵੱਡਾ ਪਰਮਾਤਮਾ ਹੈ ਨਾ, ਮਹਾਰਾਜ ਕਹਿੰਦੇ ਉਹ ਕਸਤੂਰੀ ਭਇਆ। ਜਿਹੜਾ ਵੱਡਾ ਪਰਮਾਤਮਾ ਹੈ ਉਹ ਕਸਤੂਰੀ ਭਇਆ, ਉਹ ਕਸਤੂਰੀ ਹੋ ਗਿਆ। ਤੇ ਕਸਤੂਰੀ ਨਾਮ ਪ੍ਰਾਪਤ ਕਰਨ ਤੋਂ ਪਹਿਲਾਂ ਉਹਦੀ ਸੁਗੰਧੀ ਜਿਹੜੀ ਹੈ ਉਹ ਸਾਰਿਆਂ ਨੂੰ ਸੁਗੰਧਿਤ ਕਰ ਦਿੰਦੀ ਹੈ। ਪਰਮਾਤਮਾ ਤੱਕ ਪਹੁੰਚਣ ਤੋਂ ਪਹਿਲਾਂ ਉਹਦੀ ਨਾਮ ਦੀ ਸੁਗੰਧੀ ਜਿਹੜੀ ਹੈ, ਗਿਆਨ ਦੀ ਸੁਗੰਧੀ ਜਿਹੜੀ ਆ, ਜਦ ਕੋਈ ਉਹਦੇ ਵੱਲ ਮੁਖ ਕਰਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਪਦੇ ਹਿਰਦਿਆਂ ਨੂੰ ਸ਼ਾਂਤ ਕਰ ਦਿੰਦੀ ਹੈ। ਹਿਰਦਿਆਂ ਦੇ ਵਿੱਚੋਂ ਨਫ਼ਰਤ, ਈਰਖਾ, ਜਲਨਸ਼ੀ, ਬੁਰੇ ਵਿਚਾਰ, ਬੁਰੇ ਖਿਆਲਾਤ, ਬੁਰਾਈ ਨੂੰ ਮਿਟਾ ਦਿੰਦੀ ਹੈ। ਅਛਾਈ ਅੰਦਰੋਂ ਖਿਲ ਆਉਂਦੀ ਹੈ ਔਰ ਹਿਰਦੇ ਨੂੰ ਸੁਗੰਧਿਤ ਕਰ ਦਿੰਦੀ ਹੈ। ਜਿਸ ਤਰ੍ਹਾਂ 52 ਚੰਦਨ ਨੇ ਨਾ, ਤੇ 52 ਚੰਦਨ ਜਿਹੜਾ ਇੱਕ ਆਮ ਚੰਦਨ ਹੁੰਦਾ, ਇੱਕ 52 ਚੰਦਨ ਹੁੰਦਾ ਹੈ। 52 ਚੰਦਨ ਐਉਂ ਕਰਕੇ 52 ਉਂਗਲਾਂ ਲਾਈਏ ਨਾ, ਬਸ ਇੰਨਾ ਕੀ ਵਿਦਵਾਨ ਪੌਦਾ ਦੱਸਦੇ, ਇਸ ਤਰ੍ਹਾਂ 52 ਉਂਗਲਾਂ ਏਡਾ ਪੌਦਾ ਹੁੰਦਾ। ਉਹ ਆਲੇ ਉਦਾਲੇ ਜੰਗਲ ਨੂੰ ਮਹਿਕਣ ਲਾ ਦਿੰਦਾ ਹੈ। ਪੌਦਾ ਛੋਟਾ ਜਿਹਾ ਹੈ ਪਰ ਉਹਦੀ ਆਭਾ, ਉਹਦੀ ਉਪਮਾ, ਉਹਦੀ ਸੁਗੰਧੀ ਬੜੀ ਕਾਬਲੇ ਤਾਰੀਫ ਹੈ। ਉਹ ਵੱਡੇ ਵੱਡੇ ਪੌਦਿਆਂ ਨੂੰ ਸੁਗੰਧਿਤ ਕਰ ਦਿੰਦੀ ਹੈ। ਮਹਾਰਾਜ ਸਾਹਿਬ ਕਹਿੰਦੇ ਪ੍ਰਭੂ ਦਾ ਨਾਮ ਬੜਾ ਸੂਖਮ ਜਿਹਾ ਹੈ ਔਰ ਸੰਸਾਰ ਸਾਰੇ ਨੂੰ ਸੁਗੰਧਿਤ ਕਰ ਦਿੰਦਾ ਹੈ। ਕੋਈ ਉਹਦੇ ਕੋਲ ਤਾਂ ਆਵੇ। ਹੁਣ ਉਸ 52 ਚੰਦਨ ਤੋਂ ਕੋਈ ਬ੍ਰਿਸ਼ ਦੂਰੀ ਬਣਾ ਜਾਵੇ, ਦੂਰ ਚਲਿਆ ਜਾਵੇ, ਔਰ ਉਹਦਾ ਦਾਇਰਾ ਹੁੰਦਾ ਹੈ ਕਿ ਇੰਨੇ ਦਾਇਰੇ ਦੇ ਆਲੇ ਉਦਾਲੇ ਦੇ ਦਰਖਤ ਜਿਹੜੇ ਨੇ ਉਹਨਾਂ ਨੂੰ ਸੁਗੰਧਿਤ ਕਰ ਦਿੰਦਾ ਹੈ। ਤੇ ਉਹ ਜਦੋਂ ਦਾਇਰੇ ਤੋਂ ਕੋਈ ਦੂਰ ਨਿਕਲ ਜਾਵੇ ਉਹਨੂੰ ਸੁਗੰਧਿਤ ਨਹੀਂ ਕਰਦਾ, ਕਿਉਂਕਿ ਉਹ ਦੂਰ ਚਲਾ ਗਿਆ ਹੈ। ਮਹਾਰਾਜ ਸਾਹਿਬ ਕਹਿੰਦੇ ਸਿੱਖ ਜਦੋਂ ਸਤਿਗੁਰੂ ਤੋਂ ਦੂਰੀ ਬਣਾਵੇ ਨਾ, ਫਿਰ ਇਹਨੂੰ ਸ਼ਾਂਤੀ ਨਹੀਂ, ਇਹਨੂੰ ਦੁੱਖ ਮਿਲਦੇ। ਇਹ ਕੀਤੇ ਹੋਏ ਕਰਮਾਂ ਅਨੁਸਾਰ ਪ੍ਰਭੂ ਦੇ ਨੇੜੇ, ਕੀਤੇ ਹੋਏ ਕਰਮਾਂ ਅਨੁਸਾਰ ਪ੍ਰਭੂ ਤੋਂ ਦੂਰ ਹੈ। ਮਹਾਰਾਜ ਕਹਿੰਦੇ ਜਿਹੜੇ ਨੇੜੇ ਆਏ ਉਹ ਸੁਗੰਧਿਤ ਹੋ ਗਏ, ਉਹ ਵੀ 52 ਚੰਦਨ ਕਹਿਲਾਏ। ਪ੍ਰਭੂ ਕਸਤੂਰੀ ਬਣ ਗਿਆ ਤੇ ਉਹਦੇ ਜਿਹੜੇ ਦਾਸ ਸੇਵਕ ਸਨ, ਆਨੰਦ ਮਾਣਨ ਵਾਲੇ, ਜਪਣ ਵਾਲੇ, ਉਹ ਭਵਰ ਬਣ ਗਏ, ਭੌਰਿਆਂ ਦੀ ਨਵਿਆਈ ਬਣ ਗਏ। ਜਿਵੇਂ ਭਵਰ ਲੋਭੀ ਕੁਸਮ ਬਾਸਕਾ ਮਿਲ ਆਪ ਬੁੰਦਾਵੇ, ਭੌਰਾ ਲੋਭੀ ਬਣ ਗਿਆ, ਸੁਗੰਧੀ ਦਾ ਛੱਡਦਾ ਨਹੀਂ ਖਹਿੜਾ, ਉਹਦੇ ਉੱਪਰ ਆਪਾਂ ਨਿਸ਼ਾਵਰ ਕਰ ਦਿੰਦਾ ਹੈ। ਰੱਬ ਦਾ ਪਿਆਰਾ ਦਾਸ ਸੇਵਕ, ਰੱਬ ਦੇ ਨਾਮ ਦਾ ਭਵਰਾ ਬਣ ਗਿਆ ਹੈ, ਉਹਦਾ ਰਸ ਚੂਸਣ ਲੱਗ ਪਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭੌਰਾ ਜਾਨ ਨਿਸ਼ਾਵਰ ਕਰਦਾ ਹੈ, ਤੇ ਇਧਰ ਭਗਤ ਸਿੱਖ ਉਹ ਵੀ ਜਾਨ ਨਿਸ਼ਾਵਰ ਕਰਦਾ ਹੈ। ਆਪਣੇ ਸਤਿਗੁਰੂ ਤੋਂ ਸਿੱਖਾਂ ਨੇ ਬੰਦ ਕਟਵਾਇਆ ਔਰ ਸਿੱਖ ਚਰਖੜੀਆਂ ਤੇ ਚੜੇ ਔਰ ਦੰਦੇ ਚਰਖੜੀ ਤੇ ਜਿਉਂਦੇ ਜੀ ਤਨ ਦੇ ਬੀਦੀ ਨਿਕਲੇ। ਉਹਨਾਂ ਫੀਤਾ ਤਨ ਨੂੰ ਕੀਤਾ। ਸਿੱਖਾਂ ਨੇ ਹੱਸ ਕੇ ਆਪਣੇ ਸੀਸ ਭੇਟ ਕੀਤੇ, ਸ਼ਹਾਦਤਾਂ ਪਾਈਆਂ। ਔਰ ਸਿੱਖ ਜਿਹੜਾ ਜਪਦਾ ਹੋਇਆ ਨਾਮ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਦੇਗ ਦੇ ਵਿੱਚ ਬੈਠ ਜਾਂਦਾ ਹੈ। ਸਿੱਖ ਜਿਹੜਾ ਜਪਦਾ ਹੋਇਆ ਬਾਣੀ ਨੂੰ ਆਰਾ ਤਨ ਤੇ ਲੈ ਲੈਂਦਾ, ਤੁਫਾੜ ਹੋ ਜਾਂਦਾ ਹੈ। ਸਿੱਖ ਜਿਹੜਾ ਜਪਦਾ ਹੋਇਆ ਬਾਣੀ ਨੂੰ ਰੂਈ ਦੇ ਵਿੱਚ ਲਪੇਟ ਕੇ ਅੱਗ ਲਾ ਦਿੱਤੀ ਜਾਂਦੀ ਹੈ, ਮੁਖ ਤੋਂ ਸੀ ਨਹੀਂ ਨਿਕਲਦੀ। ਮਹਾਰਾਜ ਸਾਹਿਬ ਕਹਿੰਦੇ ਉਹ ਭੌਰੇ, ਉਹ ਭੌਰੇ ਨੇ ਜਿਨ੍ਹਾਂ ਨੇ ਰਸ ਮਾਣਿਆ। ਭੌਰੇ ਦੀ ਬਾਬਤ ਵਿਦਵਾਨ ਕਹਿੰਦੇ ਭੌਰਾ ਕਬਲ ਤੇ ਆਂਦਾ ਹੈ, ਕਬਲ ਉੱਪਰ ਬੈਠਦਾ ਹੈ ਤੇ ਉਹਦੇ ਰਸ ਨੂੰ ਆਨੰਦ ਦੇ ਨਾਲ ਛਕਦਾ ਹੈ। ਛਕਦਿਆਂ ਸੂਰਜ ਛਿਪ ਜਾਂਦਾ, ਭੌਰਾ ਉੱਡਣਾ ਭੁੱਲ ਜਾਂਦਾ। ਕਬਲ ਦੀ ਪ੍ਰੀਤੀ ਸੂਰਜ ਨਾਲੇ, ਸੂਰਜ ਕਰਕੇ ਉਹ ਖੇਡਦਾ ਹੈ। ਤੇ ਜਦ ਉਹ ਸੂਰਜ ਅਸਤ ਹੋ ਜਾਂਦਾ ਹੈ
ਤੇ ਕਵਲ ਆਪਣੀਆਂ ਪੰਖੜੀਆਂ ਨੂੰ ਬੰਦ ਕਰ ਲੈਂਦਾ ਹੈ। ਉਹ ਹੋਰ ਰਸ ਮਾਣਦਾ, ਭਵਰਾ ਹੋਰ ਰਸ ਮਾਣਦਾ, ਉਹਦੇ ਵਿੱਚ ਹੀ ਖਤਮ ਹੋ ਜਾਂਦਾ ਹੈ। ਉਹ ਰਸ ਨਹੀਂ ਛੱਡ ਸਕਦਾ। ਮਹਾਰਾਜ ਸਾਹਿਬ ਕਹਿੰਦੇ, ਔਰ ਜਿਹੜਾ ਕਵਲ ਹੈ ਉਹ ਭੌਰੇ ਨੂੰ ਪ੍ਰੇਮ ਨਹੀਂ ਕਰਦਾ, ਹੈ ਕੰਗੀ ਪ੍ਰੀਤੀ। ਕਵਲ ਜਿਹੜਾ ਹੈ ਸੂਰਜ ਨੂੰ ਪ੍ਰੇਮ ਕਰਦਾ ਹੈ, ਸੂਰਜ ਕਵਲ ਨੂੰ ਪ੍ਰੇਮ ਨਹੀਂ ਕਰਦਾ। ਇਹ ਕੰਗੀ ਪ੍ਰੀਤੀ ਹੈ। ਸੂਰਜ ਉਹਦੇ ਨਾ ਹੋਵੇ ਤੇ ਕਵਲ ਖਿੜਦੇ ਨਹੀਂ, ਕਵਲ ਖਿੜੇ ਨਾ ਤੇ ਭਵਰਾ ਆਉਂਦਾ ਨਹੀਂ। ਔਰ ਮਹਾਰਾਜ ਸਾਹਿਬ ਮੇਰ ਕਰਦੇ ਨੇ, ਸਿੱਖ ਕਿਤੇ ਅੰਦਰੋਂ ਪਰਮਾਤਮਾ ਨੂੰ ਚੇਤੇ ਕਰੇ, ਮੇਰਾ ਪ੍ਰਭੂ ਉਹਨੂੰ ਗਲਵਕੜੀ ਵਿੱਚ ਲੈ ਲੈਂਦਾ ਹੈ। ਉਹਨਾਂ ਪਿਆਰ ਗੁਰੂ ਸਿੱਖ ਨੂੰ ਕਰਦਾ ਹੈ, ਉਹਨਾਂ ਸਿੱਖ ਗੁਰੂ ਨੂੰ ਕਰਦਾ ਹੈ। ਅੰਦਰ ਦੀ ਤੀਬਰ ਇੱਛਾ ਹੋਵੇ, ਆਪਣੀ ਗਲਵਕੜੀ ਵਿੱਚ ਲੈ ਲੈਂਦਾ ਹੈ। ਸਿੱਖ ਭਵਰੇ ਨੇ ਦਾ ਭਵਰ ਭਏ ਸਭ ਦਾਸ, ਸਾਰੇ ਦਾਸ ਜਿਹੜੇ ਭਵਰੇ ਹੋ ਗਏ। ਆਪਾ ਜਿਹੜਾ ਨਿਸ਼ਾਵਰ ਕਰ ਦਿੰਦੇ ਨੇ, ਕਟਾ ਦਿੰਦੇ ਨੇ ਆਪਣੇ ਆਪ ਨੂੰ ਗੁਰੂ ਦੇ ਦੀਦਿਆਂ ਦੇ ਸਾਹਮਣੇ। ਤੇ ਗੁਰੂ ਫਿਰ ਜਦੋਂ ਕੌਮ ਲਈ, ਦੇਸ਼ ਲਈ ਆਪਾ ਕਟਾਉਂਦੇ ਨੇ, ਤੇ ਮੇਰਾ ਗੁਰੂ ਕਹਿੰਦਾ ਮੇਰਾ 5000 ਜੇ, ਇਹ ਮੇਰਾ 10,000 ਜੇ, ਮੇਰਾ 7,000 ਜੇ, ਇਹ ਮੇਰਾ ਕਸ਼ਮੀਰ ਦਾ ਬਾਦਸ਼ਾਹ ਜੇ, ਇਹ ਮੇਰਾ ਹਿੰਦੁਸਤਾਨ ਦਾ ਬਾਦਸ਼ਾਹ ਜੇ। ਗੁਰੂ ਉਹਨਾਂ ਨੂੰ ਲਕਬ ਦਿੰਦਾ ਆਪਣੇ ਪਿਆਰੇ ਜਾਣ ਕੇ। ਭੌਰਾ ਮਰ ਗਿਆ, ਕਵਲ ਖੜਿਆ, ਭੌਰਾ ਡਿੱਗ ਪਿਆ, ਚੱਕਿਆ ਨਹੀਂ, ਉੱਥੇ ਖਤਮ ਹੋ ਗਿਆ। ਜਦੋਂ ਕੀਮਾ ਹੋ ਕੇ ਗੁਰੂ ਦੇ ਸਾਹਮਣੇ ਨਾਮ ਰਸ ਨੂੰ ਮਾਣਦੇ ਹੋਏ, ਔਰ ਪਿਆਰੇ ਸ਼ਹੀਦ ਹੋ ਕੇ ਮੁਕਤਸਰ ਸਾਹਿਬ ਖਦਰਾਣੇ ਦੀ ਢਾਬ ਤੇ ਸਿੰਘ ਸ਼ਹਾਦਤਾਂ ਪਾ ਗਏ ਨਾ। ਗੁਰੂ ਵਿੱਚ ਪਿਆਰ ਜੇ ਭਾਈ ਮਾਨ ਸਿੰਘ ਨੇ ਆਵਾਜ਼ ਮਾਰੀ, ਉਥੋਂ ਚੱਲ ਕੇ ਟਿੱਬੀ ਸਾਹਿਬ ਤੋਂ ਘੋੜਾ ਭਜਾਇਆ, ਟਿੱਬੀ ਸਾਹਿਬ ਤੋਂ ਘੋੜਾ ਭਜਾਇਆ। ਰਸਤੇ ਵਿੱਚ ਰਕਾਬ ਟੁੱਟੀ, ਉੱਥੇ ਗੁਰਦੁਆਰੇ ਦਾ ਨਾਂ ਹੀ ਰਕਾਬ ਸਾਹਿਬ ਹੈ। ਉੱਥੇ ਅੱਜ ਪਈ ਇਹ ਰਕਾਬ ਟਿੱਬੀ ਸਾਹਿਬ ਦੇ ਤੋਂ ਥੱਲੇ ਨੂੰ ਖਾਨ ਤਲਾ ਨੂੰ ਉਤਰੀਏ ਸਥਾਨ ਸਰੋਵਰ ਸਾਹਿਬ ਬਣਿਆ ਹੋਇਆ। ਤੇ ਮਹਾਰਾਜ ਆਉਂਦੇ ਨੇ ਤੇ ਆਪਣੇ ਪਿਆਰੇ ਭੌਰੇ ਸਿੱਖ ਨੂੰ, ਜਿਹਦੇ ਮੁਖ ਵਿੱਚੋਂ ਕੋਈ ਸਾਸ ਚੱਲਦਾ ਤੇ ਉਹ ਅੰਦਰੋਂ ਆਵਾਜ਼ ਹੈ ਕਿ ਪ੍ਰਭੂ ਕਿਰਪਾ ਕਰ ਦਿਓ, ਦੇਦਾਰ ਬਖਸ਼ ਦਿਓ, ਉਹਦਾ ਸਿਰ ਚੱਕ ਕੇ ਗੋਦ ਵਿੱਚ ਲੈ ਲੈਂਦੇ ਨੇ। ਉਹਦੇ ਮੁਖ ਤੋਂ ਲੱਗੀ ਹੋਈ ਮਿੱਟੀ ਆਪ ਪਾਸੇ ਕਰਦੇ। ਗੁਰੂ ਸਿੱਖਾਂ ਨੂੰ ਪਿਆਰ ਕਰਦਾ। ਜੇ ਗੁਰੂ ਕਸਤੂਰੀ ਭਇਆ ਤੇ ਭਵਰ ਭਏ ਸਭ ਦਾਸ, ਗੁਰੂ ਨੇ ਪ੍ਰੇਮ ਕੀਤਾ ਹੈ ਤੇ ਸਜਣੋ, ਔਰ ਸਿੱਖ ਨੇ ਆਪਾ ਨਿਸ਼ਾਵਰ ਇੱਕ ਇੱਕ ਬਚਨ ਤੋਂ ਕਰ ਦਿੱਤਾ ਹੈ। ਸਿੱਖੀ ਕੋਈ ਨਾਟਕ ਨਹੀਂ ਹੈ। ਸਿੱਖੀ ਉਹਨਾਂ ਦੀ ਜਿਨ੍ਹਾਂ ਜਾਨਾਂ ਵਾਰੀਆਂ ਨੇ, ਤੇ ਜਿਨੇ ਗੁਰੂ ਵੱਲੇ ਉਂਗਲ ਕੀਤੀ ਨਾ, ਉਹਦੀ ਜਾਨ ਲੈ ਵੀ ਲਈ ਸਿੱਖਾਂ ਨੇ। ਜਿਹੜੇ ਗੁਰੂ ਘਰ ਤੇ ਚੜ ਕੇ ਆਏ ਸੀ, ਸਾਰਿਆਂ ਦੇ 70 ਵਿਛਾਤੇ ਸੀ। ਆਨੰਦਪੁਰੀ ਚ ਵੀ, ਚਮਕੌਰ ਦੀ ਗੜੀ ਚ ਵੀ, ਔਰ ਪਿਆਰਿਓ ਖੁਦਰਾਨੇ ਦੀ ਢਾਬ ਤੇ ਵੀ, ਅੰਮ੍ਰਿਤਸਰ ਵੀ, ਅੰਮ੍ਰਿਤਸਰ ਦੀ ਧਰਤੀ ਤੇ ਵੀ, ਔਰ ਹਰਗੋਬਿੰਦਪੁਰੇ ਦੀ ਧਰਤੀ ਤੇ ਵੀ। ਆਪਣੇ ਨੇੜੇ ਮਹਾਰਾਜ ਕੀ ਹੋਇਆ? ਮਹਾਰਾਜ ਵੀ ਇਹੀਓ ਕੁਝ ਹੋਇਆ। ਜਿਨੇ ਗੁਰੂ ਵੱਲ ਕਦਮ ਵਧਾਇਆ, ਜਦੋਂ ਉਹਦੇ ਵੱਧਦੇ ਕਦਮ ਰੁਕੇ ਨਹੀਂ, ਹੱਥ ਰੁਕੇ ਨਹੀਂ, ਤੇ ਗੁਰੂ ਕੇ ਖਾਲਸਿਆਂ ਨੇ ਉਹਦੀਆਂ ਲੱਤਾਂ ਤੇ ਬਾਹਾਂ ਕੱਟ ਕੇ ਧਰ ਦਿੱਤੀਆਂ। ਉਹਦੀਆਂ ਲੱਤਾਂ ਤੇ ਬਾਹਾਂ ਕੱਟ ਕੇ ਧਰ ਦਿੱਤੀਆਂ। ਔਰ ਸਤਿਗੁਰੂ ਮਿਹਰ ਕਰੇ ਸਾਨੂੰ ਮਾਦਰਾ ਸਮਝ ਆ ਜਾਵੇ। ਅਸੀਂ ਸਮਝਿਆ ਨਹੀਂ ਥਾਂ ਤੇ, ਔਰ ਸਤਿਗੁਰੂ ਵੱਲ ਦੁਸ਼ਟ ਲੋਕ ਬੇਅਦਬੀਆਂ ਪੈ ਕਰਦੇ ਨੇ। ਬੇਅਦਬੀਆਂ ਦੀਆਂ ਘਟਨਾਵਾਂ ਹੁੰਦੀਆਂ ਨੇ ਤੇ 2015 ਤੋਂ ਲੈ ਕੇ ਬੇਅਦਬੀਆਂ ਸ਼ੁਰੂ ਹੋਈਆਂ। ਦੱਸੋ ਇੱਕ ਵੀ ਕਿਹੜੇ ਬੇਅਦਬੀ ਕਰਨ ਵਾਲੇ ਨੂੰ ਸਜ਼ਾ ਮਿਲੀ ਹੈ? ਬਈ ਕਿਹਨੂੰ ਫਾਂਸੀ ਲਾ ਦਿੱਤਾ ਗਿਆ? ਕਿਸੇ ਨੂੰ ਲਾਇਆ? ਕਿੰਨਾ ਰਾਮ ਰੌਲਾ ਪਾਇਆ, ਔਰ ਸਿੱਖ ਵੀ ਸ਼ਹੀਦ ਹੋ ਗਏ ਉਹਨਾਂ ਨੂੰ ਸਜ਼ਾ ਦਿਵਾਉਣ ਲਈ। ਔਰ ਕੀ 84 ਵਾਲਿਆਂ ਨੂੰ ਟੰਗ ਦਿੱਤਾ ਗਿਆ? ਕੋਈ ਇਨਸਾਫ ਮਿਲਿਆ?
ਜਦੋਂ ਦੁਸ਼ਮਣ ਵਾਰ-ਵਾਰ ਨਹੀਂ ਸਮਝਿਆ, ਫਿਰ ਸਿੱਖ ਉਹਦੇ ਵੱਧਦੇ ਹੋਏ ਹੱਥ, ਵੱਧਦੇ ਹੋਏ ਕਦਮ ਗੁਰੂ ਵੱਲ ਕੱਟ ਕੇ ਧਰ ਦਿੰਦੇ ਨੇ। ਆ ਹੁਣ ਇੱਕ ਗਿਆ ਸੀ ਨਾ ਕਰਨ ਵਾਸਤੇ ਉੱਥੇ ਸਿੰਘੂ ਬਾਰਡਰ ਤੇ ਸਿੰਘਾਂ ਨੇ ਟੰਗ ਦਿੱਤਾ, ਔਰ ਉਹਨੂੰ ਕੋਈ ਰੰਗਤ ਦਿੱਤੀ ਜਾਂਦਾ, ਕੋਈ ਮੈਂ ਹੱਦ ਹੋ ਗਈ ਵੇਖ ਕੇ ਸੋਸ਼ਲ ਮੀਡੀਆ ਤੇ ਦੰਗ ਰਹਿ ਗਿਆ ਵੀ ਇਹ ਕਿੱਧਰ ਨੂੰ ਤੁਰ ਪਏ। ਜਾਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਿੱਖੀ ਨਹੀਂ, ਔਰ ਹੋਰ ਹੀ ਰੰਗਤ ਦਿੱਤੀ ਜਾਂਦੇ ਨੇ। ਉਹਨੂੰ ਕਿਸੇ ਨੇ ਚਿੱਠੀ ਪਾਈ ਸੀ ਵੀ ਇੱਧਰ ਨੂੰ ਚਲਿਆ ਜਾ, ਉਹਨੂੰ ਨਹੀਂ ਸੀ ਪਤਾ ਮੈਂ ਕਿਹੜੇ ਪਾਤਸ਼ਾਹ ਦੀ ਬੇਅਦਬੀ ਕਰਨ ਤੁਰਿਆ। ਔਰ ਕੋਈ ਇਹ ਕਹਿੰਦਾ ਪਿਆ ਉਹ ਤਾਂ ਜੀ ਸਰਬਲੋ ਦੀ ਪੋਥੀ ਸੀ, ਹੱਦ ਹੋ ਗਈ। ਧਿਆਨ ਰੱਖਣਾ, ਨਿਹੰਗ ਸਿੰਘ ਜਿਹੜੇ ਆ ਨਾ ਇਹ ਤਿੰਨ ਪ੍ਰਕਾਸ਼ ਕਰਦੇ ਨੇ। ਗੱਬੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇੱਕ ਪਾਸੇ ਦਸਮ ਗ੍ਰੰਥ ਹੁੰਦਾ, ਇੱਕ ਪਾਸੇ ਸਰਬਲੋ ਪ੍ਰਕਾਸ਼ ਹੁੰਦਾ। ਇਹਨਾਂ ਦੇ ਤਿੰਨ ਪ੍ਰਕਾਸ਼ ਹੁੰਦੇ ਨੇ, ਤਿੰਨ ਸਰੂਪੇ ਪ੍ਰਕਾਸ਼ ਕਰਦੇ, ਪਹਿਲਾਂ ਤੋਂ ਲੈ ਕੇ ਹੀ ਕਰ ਰਹੇ ਨੇ। ਔਰ ਇੱਕ ਆਦਮੀ ਇਹ ਜਿਹੜਾ ਆਉਂਦਾ ਹੈ ਜਾਂਦਾ, ਜਿਹਨੂੰ ਇਹ ਕੋਈ ਗਿਆਨ ਨਹੀਂ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਰੇ ਜਾਣਦਾ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਹੜੇ ਨੇ, ਜਾਂ ਦਸਮ ਗ੍ਰੰਥ ਕਿਹੜਾ ਹੈ, ਜਾਂ ਸਰਬਲੋ ਪ੍ਰਕਾਸ਼ ਕਿਹੜਾ ਹੈ, ਉਹਦੇ ਜਿਹੜਾ ਹੱਥੀਂ ਆ ਗਿਆ ਉਹ ਪੋਥੀ ਲੈ ਕੇ ਦੌੜ ਗਿਆ। ਹੁਣ ਉੱਥੇ ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕੀਤੀ ਤਾਂ ਨਹੀਂ, ਤੁਸੀਂ ਕਰਾਉਣੀ ਚਾਹੁੰਦੇ ਤਾਂ ਤੁਹਾਨੂੰ ਸ਼ਾਂਤੀ ਫੇਰ ਮਿਲਣੀ ਸੀ। ਬਈ ਜੇ ਬੇਅਦਬੀ ਹੋ ਜਾਂਦੀ, ਉਹ ਗ੍ਰੰਥ ਨਹੀਂਗਾ ਜਿਹੜੀ ਪੋਥੀ ਲੈ ਕੇ ਭੱਜ ਗਿਆ ਸੀ। ਕੱਲ ਨੂੰ ਤਾਂ ਕੋਈ ਕਹੇਗਾ ਜੀ ਗੁਟਕਾ ਸਾਹਿਬ ਹੀ ਸੀ, ਗੁਰੂ ਗ੍ਰੰਥ ਸਾਹਿਬ ਦੀ ਥੋੜਾ ਬੇਅਦਬੀ ਕਰਤੀ। ਗੁਰਮੁਖੋ, ਜਦੋਂ ਕਿਸੇ ਦੇ ਕਦਮ ਨਹੀਂ ਰੁਕੇ, ਬੜੀਆਂ ਅਪੀਲਾਂ ਦਲੀਲਾਂ ਕੀਤੀਆਂ ਨੇ, ਆਖਰਕਾਰ ਜਦੋਂ ਕੋਈ ਹੀਲਾ ਨਾ ਚੱਲੇ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਫਿਰ ਤਲਵਾਰ ਦੇ ਮੁੱਠੇ ਤੇ ਹੱਥ ਲਗਾਣਾ ਜਾਇਜ਼ ਹੈ, ਤਲਵਾਰ ਚੁੱਕਣਾ ਜਾਇਜ਼ ਹੈ। ਫਿਰ ਮਜਬੂਰਨ ਤਲਵਾਰ ਚੱਕਣੀ ਪੈਂਦੀ। ਜਦੋਂ 15 ਤੋਂ ਲੈ ਕੇ ਬੇਅਦਬੀਆਂ ਨਹੀਂ ਰੁਕੀਆਂ, ਫਿਰ ਸਿੰਘਾਂ ਨੂੰ ਮਜਬੂਰਨ ਤਲਵਾਰ ਚੱਕਣੀ ਪਈ। ਇਹਨਾਂ ਦੇ ਵੱਧਦੇ ਕਦਮ, ਇਹਨਾਂ ਦੇ ਵੱਧਦੇ ਹੱਥ ਕੱਟ ਦਿੱਤੇ ਜਾਣ, ਕੱਟ ਕੇ ਧਰ ਦਿੱਤੇ ਜਾਣ। ਫਿਰ ਉਹਨਾਂ ਨੇ ਕੱਟ ਦਿੱਤੇ। ਮਹਾਰਾਜ ਖੈਰ ਮੇਰਾ ਵਿਸ਼ਾ ਵਿੱਚ ਗੱਲ ਆ ਗਈ। ਮਹਾਰਾਜ ਕਹਿੰਦੇ ਉਹ ਭਵਰ ਭਏ ਦਾਸ, ਭਵਰਾਂ ਦੀ ਤਰ੍ਹਾਂ ਆਪਾਂ ਨਿਸ਼ਾਵਰ ਕਰਦੇ ਨੇ ਗੁਰੂ ਤੋਂ। ਤੇ ਜਿੰਨੇ ਆ ਜਿਹੜੇ ਕਹਿੰਦੇ ਆ ਨਾ ਬਈ ਇਧਰਲੇ ਪਾਸੇ ਨੂੰ ਅਸੀਂ ਬਈ ਉਹਦੇ ਐ ਸੀ ਜੀ ਯੋਂ ਸੀ, ਪਿਆਰਿਓ ਉਹ ਤਾਂ ਬੰਦੇ ਨੂੰ ਕਰਮ ਕਰਨ ਲੱਗਿਆ ਸੋਚਣਾ ਚਾਹੀਦਾ ਹੈ ਬਈ ਮੈਂ ਕਰਨ ਕੀ ਲੱਗਾ, ਪਿੱਛੇ ਮੇਰਾ ਪਰਿਵਾਰ ਵੀ ਹੈ, ਉਹਦਾ ਕੀ ਬਣੇਗਾ। ਤੇ ਉਹ ਪਰਿਵਾਰ ਤੇ ਸੁਣਿਓ ਜੇ ਜਿਹੜਾ ਮਰਿਆ ਪਰਿਵਾਰ ਨੂੰ ਤਾਂ ਪਹਿਲਾਂ ਛੱਡੀ ਬੈਠਾ। ਪਿੰਡ ਵਾਲੇ ਕਹਿੰਦੇ ਨਸ਼ੈੜੀ ਟੀਕੇ ਲਾਉਂਦਾ ਸੀ, ਟੀਕੇ। ਇਹੋ ਜਿਹੇ ਬੰਦੇ ਜਿਹੜੇ ਆ ਉਹਨਾਂ ਨੂੰ ਪੈਸੇ ਦੇ ਕੇ ਜਿਹੜੇ ਆ ਏਜੰਸੀਆਂ ਵਾਲੇ ਚੱਕ ਲੈਂਦੇ ਆ। ਹਾਲਾਂਕਿ ਹੋਣਾ ਇਹ ਚਾਹੀਦਾ ਸੀ ਇਹ ਬੰਦੇ ਨੂੰ ਉੱਥੋਂ ਪਿੰਡੋਂ ਲੈ ਕੇ ਕੌਣ ਗਿਆ ਏਡੇ ਦੂਰ, ਇਹਨੂੰ ਕਿੰਨੇ ਰੰਗਤ ਦਿੱਤੀ। ਫੜਨੇ ਹੋ ਚਾਹੀਦੇ ਸੀ। ਸਾਡੇ ਸਿੱਖ ਚਿਹਰੇ ਕਹਿੰਦੇ ਨਹੀਂ ਜੀ ਐ ਨਹੀਂ ਸੀ ਜੀ, ਔਰ ਦੂਜਾ ਕਹਿੰਦਾ ਜੀ ਮੈਂ ਸਿੱਖੀ ਛੱਡ ਨੂੰ ਹੱਦ ਹੋ ਗਈ। ਕੱਲ ਨੂੰ ਤਾਂ ਕੋਈ ਇਹ ਵੀ ਕਹਿੰਦਾ ਮੱਸੇ ਰੰਗੜ ਦਾ ਸਿਰ ਵੱਢਿਆ ਸੀ ਤੇ ਧੜ ਉੱਥੇ ਹੀ ਪਿਆ ਸੀ, ਬਰਛੇ ਤੇ ਟੰਗ ਕੇ, ਔਰ ਬੁੱਢਾ ਜੋੜ ਖੇਦੋ ਕੁੰਡੀ ਖੇਡੀ ਸੀ ਉਹਨਾਂ ਨੇ, ਉੱਥੇ ਲੈ ਗਏ। ਤੇ ਜੇ ਮੇਰੇ ਵਰਗੇ ਆ ਜਿਹੜੇ ਹੁਣ ਕਹਿੰਦੇ ਨੇ, ਇਹਨਾਂ ਨੇ ਉਦੋਂ ਵੀ ਕਹਿਣਾ ਸੀ ਨਹੀਂ ਜੀ ਸਿੱਖ ਦਰਿੰਦੇ ਥੋੜਾ ਜੀ ਆ ਥੋੜਾ, ਇਹੋ ਜਿਹੀਆਂ ਇਹਨਾਂ ਨੇ ਉਦੋਂ ਵੀ ਗੱਲਾਂ ਕਰਨੀਆਂ ਸੀ। ਖੈਰ ਗੁਰੂ ਕਿਰਪਾ ਕਰੇ, ਸਿੱਖ ਲਈ ਸਤਿਗੁਰੂ ਤੋਂ ਅੱਗੇ ਕੁਝ ਵੀ ਨਹੀਂ ਜੀ। ਧਿਆਨ ਰੱਖਣਾ, ਜੇ ਗੁਰੂ ਹੈ ਤਾਂ ਪਰਿਵਾਰ ਹੈ, ਗੁਰੂ ਹੈ ਤਾਂ ਕਾਰੋਬਾਰ ਹੈ, ਗੁਰੂ ਹੈ ਤਾਂ ਸੰਸਾਰ ਹੈ, ਗੁਰੂ ਹੈ ਤਾਂ ਸਿੱਖਾ ਤੇਰਾ ਸਰੀਰ ਹੈ। ਅਗਰ ਗੁਰੂ ਨੇ ਨਾ ਚਾਹਿਆ ਤੇ ਕਿਸ ਮਿੰਟ ਚ ਪ੍ਰਾਣ ਬੁੱਧਾ ਹੋ ਜਾਣਾ, ਨਹੀਂ ਰਹਿ। ਮਹਾਰਾਜ ਮੇਰ ਕਰ ਦਿਓ ਦਾਸ, ਭਵਰ ਬਣ ਗਏ, ਭੌਰੇ ਬਣ ਗਏ, ਨਾਮ ਦੀ ਸੁਗੰਧੀ ਲੈਂਦੇ ਆ। ਆਪਾਂ ਨਿਸ਼ਾਵਰ ਕਰਦੇ ਜਿਉਂ-ਜਿਉਂ ਭਗਤ ਕਬੀਰ ਕੀ, ਜਿਉਂ-ਜਿਉਂ ਜਿਵੇਂ-ਜਿਵੇਂ ਭਗਤੀ ਕਰਦੇ ਨੇ ਕਬੀਰ ਵੱਡੇ ਅਕਾਲ ਪੁਰਖ ਵਾਹਿਗੁਰੂ, ਜਿਵੇਂ-ਜਿਵੇਂ ਉਹਦੀ ਭਗਤੀ ਕਰਦੇ ਆ ਤਿਉਂ-ਤਿਉਂ ਤਿਵੇਂ-ਤਿਵੇਂ, ਔਰ ਰਾਮ ਨਿਵਾਸ, ਰਾਮ ਦਾ ਵਾਸਾ ਹਿਰਦੇ ਵਿੱਚ ਹੁੰਦਾ ਜਾਂਦਾ ਹੈ। ਜੀਵਾਤਮਾ ਰਾਮ ਭਗਵਾਨ ਵਿੱਚ ਮਿਲਦਾ ਜਾਂਦਾ ਹੈ।
परमात्मा विच मिलदा जांदा, एकमेकता हासिल करदा है। महाराज कहंदे कबीर गह गच परियो कुटुंब कै, कांठे रह गयो राम। महाराज कबीर साहब कहंदे ने संसार विच जीव आए, एक गह गच परियो कुटुंब कै। कुटुंब मैना हुंदा परिवार, परिवार दे विच परियो पै गया। गह गच आपां कहने ना बड़ी गह गच लड़ाई हुई, ते महाराज कहंदे आयो मिल गया परिवार दे विच, और परिवार दे मोह दी गिरफ्त दे विच आ गया, ओदे विच ग्रसिया गया। महाराज साहब कहंदे जदों परिवार दा मोह जागिया ना, फिर किनारा करदा, उधरों किनारा करन लग जांदा है मनुख परमात्मा वालों भी, परमात्मा दे बोलां नूं तलांजलि दे दिंदा है। महाराज कहंदे कंठे रह गयो राम, ते कंठे दा अर्थ दा कंठ ना बना लेना। और जदों बाणी नूं पढ़ीए ना, जथा प्रकरणं तथा अर्थं, कई वार असीं सिद्धे रूप जी लग पैने, बाणी दे अर्थ बड़े ने पर प्रकरण अनुसार उदा अर्थ करना पैंदा है। महाराज इथे कांठे दा अर्थ किनारा, कंडा, कहंदे परिवार विचाले आ गया, परिवार नूं अपना जानिया, परिवार नाल मोह पै गया, ते राम नूं पासे कर दिता। सब कुछ अपना कर कर रखिया, एक राम पुराया, वो कंठे रह गए राम। राम जपन वालों रह गया, ओदी बंदगी करन वालों रह गई, परमात्मा दा भजन करन वालों रह गया, ना कीता जो करना सी। ते इन्ने नूं परिवार दे मोह विच फसे हुए जीव नूं महाराज कहंदे आए परे धर्म राय के, और धर्मराज दे जेड़े जमदूत सी ना, ओदे करिंदे सी, वो परिवार दे मोह दी गिरफ्त विच फसे हुए नूं और आ गए लैण वास्ते। आए परे धर्मराय के बीचे धूमा धाम, बड़ियां खुशियां सन, बड़ियां चहलां महलां दे विच सीगा, और प्यारे ओदे विच आके उन्हां ने इहदे तन दे विचों जीवात्मा नूं जुदा करके अगे ला लिया। महाराज साहब कहंदे जिथे खुशी दे गीत गाए जांदे सन, उत्थे कीरणी पैण लग पई, और विच आके वो लै गए। ते जदों लैण आए ओनू ही साहब ने कहा विच ना कोई कर सके, जिन्हों किया है ना आए परे धर्मराय के बीचे धूमा धाम, विच ना कोई कर सके, किस ठहर हुए रोज विचाले उदों कोई भी तेरी सिफारिश नहीं करेगा, कोई भी तेनू बचा नहीं सकेगा। महाराज सच्चे पातशाह कहते ने सजना वो परमात्मा नूं जप, मोह दी दलदल विच चिक्कड़ विच ना फस, परमात्मा नूं जप तेरा भला होएगा। कबीर साकत ते सूकर भला राखै अच्छा गाओ, ओह साकत बपुरा मर गया कोई ना लह नाओ। महाराज कबीर साहब ने एक घटना देखी, एक आदमी पिंड विच मरिया है, ते और ओदे मरने जदों पता लगा पिंड विच, ओदी अर्थी दे नाल तुरन वास्ते कोई तैयार नहीं, ओदी मनुख दी अर्थी दे नाल कंधा दे के शमशान भूमि तक लजाण वास्ते कोई तैयार नहीं, क्योंकि कहंदे बंदा ही बड़ा माड़ा सी। ਇਹ ਤਾਂ ਕਿਸੇ ਦੇ ਪਰਿਵਾਰ ਨਾਲ ਪਰਿਵਾਰ ਨਹੀਂ ਸੀ ਰਹਿਣ ਦਿੰਦਾ, ਚੰਗੇ ਨੂੰ ਵੀ ਬੁਰਾ ਕਹਿੰਦਾ ਸੀ, ਤੇ ਚੰਗੇ ਪਾਸੋਂ ਲੋਕਾਂ ਨੂੰ ਤੋੜਦਾ ਸੀ, ਟੁੱਟਿਆ ਹੋਇਆ ਸਾਕਤ। ਔਰ ਕਹਿੰਦੇ ਉਹਦੀ ਅਰਥੀ ਨਾਲ ਜਾਣ ਵਾਸਤੇ ਵੀ ਕੋਈ ਤਿਆਰ ਨਾ ਹੋਇਆ। ਇੱਕ ਦਿਨ ਸੂਰ ਪਾਲਣ ਵਾਲੇ ਜਿਹੜੇ ਸਨ, ਕਈ ਸੂਰ ਪਾਲਦੇ, ਉਹਨਾਂ ਦਾ ਇਹ ਧੰਦਾ ਹੈ, ਉਹਨਾਂ ਦਾ ਸੂਰ ਮਰ ਗਿਆ, ਤੇ ਲੋਕ ਜਿਹੜੇ ਸਨ ਉਹ ਸੂਰ ਜੀ ਦਾ ਮਰਿਆ ਉਹਦੇ ਘਰੇ ਪਰਚੌਣੀ ਕਰਨ ਚਲੇ ਗਏ, ਬਈ ਮਾੜਾ ਹੋਇਆ। ਔਰ ਤੇਰੇ ਸੂਰ ਤੁਰੇ ਫਿਰਦੇ ਬਾਜ਼ਾਰ ਵਿੱਚ, ਰਾਹ ਗਲੀ ਵਿੱਚ, ਇਹ ਗੰਦਮੰਦ ਖਾਂਦੇ ਨੇ, ਔਰ ਇਹ ਗੰਦਗੀ ਨੂੰ ਮੁਕਾਉਂਦੇ ਨੇ, ਗੰਦ ਫੈਲਣ ਨਹੀਂ ਦਿੰਦੇ। ਕੱਖ ਕੰਡਾ ਛਿੱਲਾਂ ਆਦਿ ਜੋ ਆਉਂਦਾ ਦਾ ਤੇ ਖਾਧੀ ਜਾਂਦੀ, ਮੁਕਾਉਂਦੇ ਨੇ, ਇਹ ਗੰਦ ਨੂੰ ਮੁਕਾਉਂਦੇ ਨੇ।
ਮਾੜਾ ਹੋਇਆ, ਨਾਲੇ ਤੇਰਾ ਨੁਕਸਾਨ ਹੋਇਆ, ਨਾਲੇ ਜਿਹੜੇ ਪਾਸੇ ਜਾਂਦਾ ਸੀ ਉਧਰ ਗੰਦਗੀ ਫੈਲੇ। ਇਹ ਜਿੰਨੀ ਕਿ ਇਹਦੇ ਚ ਅਵਸ਼ਕਤਾ ਸੀ ਇਹ ਸਮੇਟਦਾ ਸੀ। ਮਹਾਰਾਜ ਤੱਕ ਕੇ ਇਸ ਮਾਜਰੇ ਤੋਂ ਹੈਰਾਨ ਹੋਏ। ਇੱਕ ਮਨੁੱਖਾ ਤਨ ਵਿੱਚ ਮਰਦਾ ਹੈ, ਉਹਦੀ ਅਰਥੀ ਨੂੰ ਕੰਧਾ ਦੇ ਕੇ ਕੋਈ ਸ਼ਮਸ਼ਾਨ ਤੱਕ ਲਿਜਾਣ ਲਈ, ਨਾਲ ਤੁਰਨ ਲਈ ਤਿਆਰ ਨਹੀਂ। ਇੱਕ ਸੂਰ ਮਰ ਗਿਆ, ਲੋਕ ਪਰਚੌੜੀ ਕਰਨ ਗਏ, ਕਹਿੰਦੇ ਮਾੜਾ ਹੋਇਆ। ਉਹ ਜਿੱਦਣ ਉਹ ਸਾਖਤ ਮਰਿਆ, ਲੋਕ ਕਹਿੰਦੇ ਭਲਾ ਹੋਇਆ, ਇਹੋ ਜਿਹਾ ਦੁਸ਼ਟ ਮੰਗਰੋਂ ਲੱਥਾ। ਕਹਿੰਦੇ ਬੰਦਿਆ ਕਿਤੇ ਤੇਰੇ ਤੇ ਸਮਾਂ ਨਾ ਆ ਜਾਵੇ। ਹੁਣ ਉਹ ਸੂਰ ਨੂੰ ਚੰਗਾ ਕਿਉਂ ਕਿਹਾ? ਕਿਉਂਕਿ ਉਹ ਬਰਿਆਈ ਮੇਟਦਾ ਸੀ, ਗੰਦਗੀ ਨਗਰ ਵਿੱਚੋਂ ਆਪਣੀ ਅਵਸ਼ਕਤਾ ਅਨੁਸਾਰ ਜਿੰਨੀ ਉਹਦੇ ਵਿੱਚ ਹਿੰਮਤ ਸੀ ਨਾ, ਉਹ ਮੇਟਦਾ ਸੀ, ਖਤਮ ਕਰਦਾ ਸੀ, ਨਗਰ ਨੂੰ ਗਲੀਆਂ ਨੂੰ ਸਾਫ਼ ਕਰਦਾ ਸੀ। ਇਹ ਜਿਹੜਾ ਟੁੱਟਿਆ ਹੋਇਆ ਸੀ ਨਾ ਰੱਬ ਨਾਲੋਂ, ਧਰਮ ਨਾਲੋਂ, ਅਛਾਈ ਨਾਲੋਂ, ਇਹ ਜਿਸ ਗਲੀ ਮਹੱਲੇ ਜਿਹੜੇ ਚੌਂਕ ਚ ਜਾਂਦਾ ਸੀ, ਜਿਹਦੇ ਕੋਲ ਖਲੋਂਦਾ ਸੀ, ਗੰਦਗੀ ਫੈਲਾਉਂਦਾ ਸੀ, ਇਹ ਗੰਦਗੀ ਪਾਉਂਦਾ ਸੀ, ਗੰਦੇ ਵਿਚਾਰ, ਗੰਦੇ ਖਿਆਲਾਤ ਪ੍ਰਗਟ ਕਰਦਾ ਸੀ। ਮਹਾਰਾਜ ਕਹਿੰਦੇ ਇਹ ਗੰਦਗੀ ਫੈਲਾਉਂਦਾ ਸੀ ਤਾਂ ਕੋਈ ਨਾਲ ਨਹੀਂ ਤੁਰਿਆ। ਸੂਰ ਗੰਦਗੀ ਮਟਾਉਂਦਾ ਸੀ, ਉਹਦੇ ਵੱਲ ਨੂੰ ਤਾਂ ਲੋਕ ਗਏ। ਉਹਨੂੰ ਭਲਾ ਕਿਹਾ ਤੇ ਤੂੰ ਦੇਖ ਕਿਤੇ ਸਾਖਤ ਵਾਲੇ ਕੰਮ ਨਾ ਕਰਨਾ ਹੀ, ਤੈਨੂੰ ਭਲਾ ਕਿਸੇ ਨੇ ਨਹੀਂ ਕਹਿਣਾ। ਮਹਾਰਾਜ ਕਬੀਰ ਸਾਹਿਬ ਨੇ ਬਚਨ ਕਹੇ, ਕਹਿੰਦੇ ਕਬੀਰ ਸਾਖਤ ਤੇ ਸ਼ੂਕਰ ਭਲਾ। ਉਹ ਸਾਖਤ ਪੁਰਸ਼ ਨਾਲੋਂ ਸੂਰ ਚੰਗਾ। ਉਹ ਗੰਦ ਪਾਉਂਦਾ, ਉਹ ਗੰਦ ਮਕਾਉਂਦਾ। ਤੂੰ ਮਕਾਉਣ ਵਾਲਾ ਹੋਵੇਂ, ਸਫਾਈ ਕਰਨ ਵਾਲਾ ਹੋਵੇ, ਗਲੀ ਮਹੱਲੇ ਜਿੱਥੇ ਵੀ ਖਲੋਵੇਂ, ਇੱਕ ਕੋਲ, ਦੋ ਕੋਲ, ਚੌ ਕੋਲ, ਉਹਨਾਂ ਨੂੰ ਅੱਛੇ ਬਚਨ ਸੁਣਾਵੇਂ, ਉਹਨਾਂ ਨੂੰ ਅੱਛੇ ਮਾਰਗ ਵੱਲ ਨੂੰ ਲੈ ਕੇ ਜਾਵੇਂ, ਬੁਰੇ ਵੱਲ ਨੂੰ ਨਾ। ਸਾਖਤ ਤੇ ਸ਼ੂਕਰ ਭਲਾ ਰਾਖੈ, ਅੱਛਾ ਗਾਓ, ਅੱਛਾ ਮੈਨਾ ਚੰਗਾ, ਸਾਫ ਸੁਥਰਾ ਗਾਓ ਮੈਨਾ ਗਾਓ, ਜਿਹਨੂੰ ਕਹੀਏ ਨਗਰ ਪਿੰਡ। ਮਹਾਰਾਜ ਕਹਿੰਦੇ ਉਹ ਸਫਾਈ ਕਰਦਾ, ਉਹ ਗੰਦਗੀ ਫੈਲਾਉਂਦਾ ਹੈ। ਮਹਾਰਾਜ ਕਹਿੰਦੇ ਉਹ ਸਾਖਤ ਬਪੁਰਾ ਮਰ ਗਿਆ। ਜਿੱਦਨ ਉਹ ਸਾਖਤ ਵਿਚਾਰਾ ਮਰ ਗਿਆ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋਈ ਨਾ ਲਹਿ ਨਾਓ। ਕਿਸੇ ਨੇ ਨਹੀਂ ਪੁੱਛਿਆ ਕਿ ਫਲਾਨਾ ਸੀ ਮਰ ਗਿਆ। ਸੂਰ ਨੂੰ ਸਾਰੇ ਪੁੱਛਦੇ ਨੇ, ਆ ਗਲੀ 'ਚ ਸੂਰ ਫਿਰਦਾ ਹੁੰਦਾ ਸੀ, ਉਹ ਕਿੱਧਰ ਗਿਆ? ਉਹ ਮਰ ਗਿਆ। ਔਰ ਤਾਂ ਹੀ ਐਸਾ ਗੰਦ ਫੈਲਿਆ, ਨਹੀਂ ਤੇ ਛਿੱਲਾਂ ਸਾਰੀਆਂ ਸਮੇਟ ਜਾਂਦਾ ਸੀ, ਕੋਈ ਤਿਲਕ ਕੇ ਡਿੱਗਦਾ ਨਹੀਂ ਸੀ। ਮਹਾਰਾਜ ਸਾਹਿਬ ਕਹਿੰਦੇ ਤੂੰ ਸੰਸਾਰ ਵਿੱਚ ਆਇਆ ਹੈ, ਅੱਛੇ ਕਰਮ ਕਰਨ ਦਾ ਯਤਨ ਕਰ, ਅੱਛੇ ਕੰਮ ਕਰ, ਤੇਰਾ ਆਇਆ ਹੋਇਆ ਸਫਲਾ ਹੋ ਸਕੇ। ਸਾਹਿਬ ਕਹਿੰਦੇ ਕਬੀਰ ਕੌਡੀ ਕੌਡੀ ਜੂਰ ਕਹਿ, ਜੂਰੈ ਲੱਖ ਕਰੂਰ, ਚਲਤੀ ਬਾਰ ਨਾ ਕਛ ਮਿਲਿਓ, ਲਈ ਲੰਗੋਟੀ ਤੋਰ। ਇੱਥੇ ਮਹਾਰਾਜ ਨੇ ਇੱਕ ਸੋਮ ਦੀ ਗੱਲ ਕੀਤੀ। ਸੋਮ ਸ਼ਬਦ ਸਮਝਦੇ ਹੋ ਨਾ? ਜਿਹਦੇ ਕੋਲ ਹੈ ਤਾਂ ਹੈ ਪਰ ਖਰਚਦਾ ਨਹੀਂ, ਭੁੱਖਾ ਤਾਂ ਮਰ ਜਾਵੇ, ਖਰਚਦਾ ਨਹੀਂ, ਨਾ ਉਹ ਖਾਵੇ ਨਾ ਉਹ ਖਾਣ ਦੇਵੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੋਮ ਜਿਹੜਾ ਹੈ, ਉਹਨੇ ਕੌਡੀ ਕੌਡੀ ਦਮੜੀ ਦਮੜੀ ਇਕੱਠੀ ਕੀਤੀ, ਲੱਖਾਂ ਕਰੋੜਾਂ ਇਕੱਠੇ ਕਰ ਲਏ, ਔਰ ਉਹਨੇ ਝੰਡੇ ਝੁਲਾ ਲਏ। ਉਹ ਮਾਇਆ ਦੇ ਧਨ ਦੇ ਕਰੋੜਪਤੀ ਬਣ ਗਿਆ। ਮਹਾਰਾਜ ਕਹਿੰਦੇ ਇਕੱਠੇ ਕਰ ਲਏ ਉਹਨੇ ਜੋਰੇ, ਲੱਖ ਕਰੋੜ, ਲੱਖਾਂ ਤੇ ਕਰੋੜਾਂ ਦਾ ਮਾਲਕ ਬਣ ਗਿਆ। ਤੇ ਜਿੱਦਨ ਅੰਤਲਾ ਸਮਾਂ ਆਇਆ ਸੁਣਾ, ਤਨ ਨੂੰ, ਪਰਿਵਾਰ ਨੂੰ, ਸੰਸਾਰ ਨੂੰ ਛੱਡਣ ਲੱਗਾ। ਜਿਹੋ ਜਿਹਾ ਕੋਈ ਆਦਮੀ ਹੋਵੇ ਨਾ, ਜਿੰਨੀ ਕਾ ਉਹਦੇ ਕੋਲ ਧਨ ਦੀ ਸੁਵਿਧਾ ਹੋਵੇ, ਉਹੋ ਜਿਹੇ ਹਿਸਾਬ ਨਾਲ ਉਹ ਕੱਪੜੇ ਪਹਿਨਦਾ। ਔਰ ਗਰੀਬ ਉਹ ਕਿਸੇ ਦੇ ਲੱਥੇ ਲਾਣੀ ਪਾ ਕੇ ਬੜਾ ਖੁਸ਼ ਹੁੰਦਾ। ਕਿਸੇ ਗਰੀਬ ਨੂੰ ਤੁਸੀਂ ਆਪਣਾ ਲੱਥਾ ਕੁੜਤਾ ਦੇ ਦਿਓ, ਆਪਣੇ ਲੱਥੇ ਕੱਪੜੇ ਦੇ ਦਿਓ, ਉਹ ਤੁਹਾਨੂੰ 100 ਸੀਸ ਦੇਵੇਗਾ, ਤੇਰਾ ਭਲਾ ਹੋਵੇ। ਦਿੱਤੇ ਤਾਂ ਲੱਥੇ ਹੀ ਆ ਨਾ, ਸਾਡੇ ਤਾਂ ਕਿਸੇ ਕੰਮ ਨਹੀਂ ਸੀ, ਉਹ ਉਹਨੂੰ ਦੇਤੇ, ਉਹਦੇ ਕੰਮ ਆ ਗਏ, ਉਹਦਾ ਟਾਈਮ ਪਾਸ ਹੋ ਗਿਆ, ਉਹਨੇ ਅਸੀਸਾਂ ਦਿੱਤੀਆਂ। ਮੇਰੇ ਵਰਗੇ ਨੂੰ ਕਿਸੇ ਨੂੰ ਤੁਸੀਂ 500 ਦਾ ਸੂਟ ਲਿਆ ਦੋਗੇ, ਮੇਰੇ ਵਰਗਾ ਨੱਕ ਜਿਹਾ ਫੇਰੇਗਾ, ਠੀਕ ਜਿਹਾ ਨਹੀਂ, ਇਹਦੇ ਤੰਦ ਤੇ ਠੀਕ ਨਹੀਂ, ਇਧਰੋਂ ਛਿੱਜ ਜੇ ਨਾ ਜਾਵੇ, ਜਿਵੇਂ ਉੱਥੇ ਨੋਟ ਖਰਚ ਕੇ ਲਿਆਂਦੇ ਹੁੰਦੇ ਸੀ। ਉਹ ਵੀ ਖੁਸ਼ ਨਹੀਂ, ਉਹ ਲੱਥੇ ਕੱਪੜੇ ਲੈ ਕੇ ਖੁਸ਼ ਹੈ। ਉਹ ਜਿਹੜਾ ਆ ਚੰਗੇ ਭਲੇ ਲੈ ਕੇ ਖੁਸ਼ ਨਹੀਂ ਹੋਇਆ। ਮਹਾਰਾਜ ਸਾਹਿਬ ਕਹਿੰਦੇ ਕਿਉਂ ਨਾ ਫਿਰ ਉਹ ਗਰੀਬ ਨੂੰ ਦੇਵੇ।
ਤੂੰ ਉਹਨੂੰ ਦੇ, ਉਹ ਤੈਨੂੰ ਅਸੀਸਾਂ ਦੇਊ। ਰੱਬ ਅੱਗੇ ਤੇਰੀ ਅਰਦਾਸ ਕਰੂ, ਤੇਰੇ ਪਰਿਵਾਰ ਦੀ ਸੁੱਖ ਮੰਗੋ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨੇ ਆਪਣੀ ਹੈਸੀਅਤ ਦੇ ਮੁਤਲਕ ਕੱਪੜੇ ਪਾਉਂਦਾ, ਆਪਣੀ ਹੈਸੀਅਤ ਦੇ ਮੁਤਲਕ ਜੁੱਤੇ ਖਰੀਦਦਾ। ਕਈਆਂ ਦੇ ਜੁੱਤੇ ਬੜੇ ਬੜੇ ਮਹਿੰਗੇ ਨੇ, ਤੇ ਮੈਂ ਕਈ ਵਾਰ ਵੇਖਦਾ ਹੁੰਦਾ ਕਈਆਂ ਨੇ ਬਹੁਤ ਬਹੁਤ ਮਹਿੰਗੇ ਜੁੱਤੇ ਪਾਏ ਨੇ। ਉਹ ਇੱਕ ਦੇ ਜੁੱਤਿਆਂ ਦੇ ਭਾਵੇਂ ਦੋ ਪਰਿਵਾਰਾਂ ਦੇ ਜੁੱਤੇ ਖਰੀਦ ਲਓ, ਐਨੇ ਮਹਿੰਗੇ ਇੱਕ ਜਾਣੇ ਨੇ 10 ਪੈਰਾਂ 'ਚ ਹੀ ਪੈਣੇ ਨੇ। ਤੇ ਉਹਨੇ ਇੱਕ ਗਰੀਬ ਆ, ਉਹਨੂੰ ਤੁਹਾਡੇ ਕੰਮ ਦੀ ਜਿਹੜੀ ਜੁੱਤੀ ਘਰੇ ਨਹੀਂ, ਚੱਪਲ ਘਰੇ ਨਹੀਂ, ਤੁਹਾਡੇ ਕੰਮ ਦੀ ਉਹ ਦੇ ਦਿਓ। ਬੜਾ ਖੁਸ਼ ਹੁੰਦਾ ਉਹਨੂੰ ਪਹਿਨ ਬਈ ਪੈਰ ਢਕਾਂਗੇ। ਮਹਾਰਾਜ ਸਾਹਿਬ ਕਹਿੰਦੇ ਮੀਰ ਜਾਤੜਾ ਤੇ ਇਹਦੇ ਕੱਪੜੇ ਜਿਹੜੇ ਅੱਛੇ ਨੇ, ਜਿਹੜਾ ਲੰਗੋਟ ਬੱਧਾ ਉਹਦੇ ਵਿੱਚ ਵੀ ਇਹਨੇ ਔਰ ਜਿਹੜੇ ਮੋਤੀ ਆਦ ਪਾਏ ਹੋਏ ਨਾਲ ਪਰੋਤੇ ਹੋਏ, ਆਪਣੀ ਰਹਿਸ਼ੀ ਦਾ ਜਿਹੜਾ ਸੀ ਇਸਤੇਮਾਲ ਕਰਦਿਆਂ ਹੋਇਆਂ, ਉਹਦਾ ਦਿਖਾਵਾ ਕਰਦਿਆਂ ਹੋਇਆਂ। ਮਹਾਰਾਜ ਕਹਿੰਦੇ ਜਿੱਦਣ ਇਹ ਮਰਿਆ ਨਾ, ਘਰ ਦੇ ਪਰਿਵਾਰ ਨੂੰ ਪਤਾ ਸੀ ਇਹ ਜਿਹੜੀ ਨੀਕਰ ਪਹਿਨਦਾ, ਇਹ ਜਿਹੜੀ ਲੰਗੋਟੀ ਪਹਿਨਦਾ, ਉਹਦੇ ਨਾਲ ਮੋਤੀ ਲੱਗੇ ਨੇ ਤੇ ਬੜੇ ਕੀਮਤੀ ਨੇ। ਆ ਕੋਈ ਚੜਾਈ ਕਰਦਾ ਵੇ ਨਾ, ਬੇਬੇ ਬਾਪੂ ਹੋਵੇ ਤੇ ਮਾਈਆਂ ਨੂੰ ਥੋੜਾ ਜਿਹਾ ਵੱਧ ਸੋਨੇ ਨਾਲ ਪਿਆਰ ਹੁੰਦਾ। ਇਹ ਜਿਵੇਂ ਜਿਵੇਂ ਬਜ਼ੁਰਗ ਹੋਣਗੀਆਂ, ਜੇ ਇਹਨਾਂ ਦਾ ਵੱਸ ਚੱਲੇ ਨਾ ਤੇ ਹੱਥ 'ਚ ਵੀ ਕੁਝ ਪਾ ਲੈਂਦੀਆਂ, ਨੱਕ 'ਚ ਵੀ ਪਾ ਲੈਂਦੀਆਂ ਨੇ। ਤੇ ਉਹ ਕਈ ਵਾਰ ਕੰਨ 'ਚੋਂ ਨੱਕ 'ਚੋਂ ਨਾ ਲਵੇ, ਜਿਉਂਦੇ ਜੀ ਤਾਂ ਵੈਸੇ ਲਾਉਣ ਨਹੀਂ ਦਿੰਦੀਆਂ। ਵਾਹਿਗੁਰੂ ਕਿਰਪਾ ਕਰੇ ਕਿ ਇਹਨਾਂ ਨੂੰ ਇਹ ਸਮਾਤਾ ਆ ਜਾਵੇ ਬਈ ਇਹ ਨਾਲ ਨਹੀਂ ਜਾਣਾ। ਤੇ ਜਦੋਂ ਕਦੇ ਉਹ ਸਰੀਰ ਛੱਡਦਾ ਹੈ, ਮੈਂ ਇੱਕ ਦੇਖਿਆ ਕਿ ਉਹਦੇ ਕੰਨਾਂ ਵਿੱਚ ਨੱਤੀਆਂ ਜੀਆਂ ਮਾਈ ਦੇ ਪਾਈਆਂ ਸਨ ਤੇ ਨੱਕ 'ਚ ਉਹਦੇ ਕੋਕਾ ਸੀਗਾ। ਤੇ ਜਦੋਂ ਬੇਬੇ ਕੀਤੀ ਚੜਾਈ ਨਾ, ਤੇ ਔਰ ਪਿਆਰਿਓ ਹੋਇਆ ਕਿ ਉਹਨਾਂ ਨੇ ਪਹਿਲਾਂ ਪਰਿਵਾਰ ਵਾਲਿਆਂ ਨੇ ਦੇਖਿਆ ਬਈ ਇਹਦੇ ਲੀੜੇ ਕੱਪੜੇ ਸੈੱਟ ਕਰੋ, ਫਿਰ ਦਵਾ ਦਵਾ ਕਹਿੰਦੇ ਵੀ ਆ ਲਾ ਲਓ ਪਹਿਲਾਂ, ਮੁੜ ਕੇ ਤਾਂ ਲੋਕ ਆ ਜਾਣਗੇ। ਫਿਰ ਕਿੱਥੇ ਲਾਉਂਦੇ ਫਿਰਾਂਗੇ, ਇਹ ਨਾਲ ਹੀ ਨਾ ਟੁਰਦੇ, ਪਹਿਲਾਂ ਕੰਨਾਂ ਵਾਲੇ ਲਾਏ ਫਿਰ ਨੱਕ ਵਾਲਾ ਲਾਇਆ ਬਈ ਇਹ ਨਾ ਨਾਲ ਚਲਿਆ ਜਾਵੇ, ਇਹ ਬੇਬੇ ਦੇ ਨਾਲ ਟੁਰ ਜਾਏ। ਜੇ ਉਹ ਲਾ ਸਕਦੇ ਆ, ਉਹੀ ਗੱਲ ਨੂੰ ਮਹਾਰਾਜ ਕਹਿੰਦੇ ਆ ਜਿੱਦਣ ਉਹ ਸੂਮ ਟੁਰਿਆ, ਜਿਹੜਾ ਕੌਡੀ ਕੌਡੀ ਜੋੜਦਾ ਰਿਹਾ ਸਜਣਾ, ਜਿਹੜਾ ਕੋਈ ਇੱਕ ਅੱਧਾ ਮੋਤੀ ਲੱਗਾ ਸੀ ਨਾ ਤੇਰੇ ਲੰਗੋਟ ਨਾਲ, ਉਹਨਾਂ ਨੇ ਉਹ ਵੀ ਖਿੱਚ ਲਿਆ। ਉੱਥੇ ਲੰਗੋਟੀ ਤੋੜਦਾ ਤੇ ਇੱਥੇ ਇੱਕ ਗਹਿਣਾ ਬੱਧਾ ਹੁੰਦਾ, ਮਾਰਵਾੜੀ ਇਸਤਰੀਆਂ ਦੇ ਵੀ ਬੱਧਾ ਹੁੰਦਾ, ਉਹਨੂੰ ਸ਼ੁਦਰ ਘੰਟਕਾ ਕਹਿੰਦੇ ਨੇ। ਔਰ ਉਹਨਾਂ ਨੇ ਇੱਕ ਗਹਿਣਾ ਬੱਧਾ ਹੁੰਦਾ ਇੱਥੇ ਬੰਨਣ ਤੇ, ਔਰ ਉਹਨਾਂ ਇਹ ਤਰ੍ਹਾਂ ਉਹ ਬੱਧੀ ਹੋਈ ਚੀਜ਼ ਨੂੰ ਸਭ ਤੋਂ ਪਹਿਲਾਂ ਤੋੜਿਆ ਕਿ ਕਿਤੇ ਨਾਲ ਹੀ ਨਾ ਚਲੀ ਜਾਵੇ, ਇਹਨੂੰ ਪਹਿਲਾਂ ਸੰਭਾਲ ਲਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਜਣਾ ਕੌਡੀ ਕੌਡੀ ਜੋਰ ਕੈ ਜੋਰਾ ਲੱਖ ਕਰੋੜ, ਚਲਤੀ ਬਾਰ ਨਾ ਕਛ ਮਿਲਿਓ, ਚਲਤੀ ਬਾਰ ਤੁਰਦਿਆਂ ਹੋਇਆ ਕੁਝ ਵੀ ਨਹੀਂ ਮਿਲਿਆ। ਲਈ ਲੰਗੋਟੀ ਤੋਰ, ਜਿਹੜਾ ਮਾੜਾ ਮੋਟਾ ਲੱਗਾ ਸੀ ਕੋਈ ਰਹਿ ਗਿਆ ਸੀ ਉਹ ਵੀ ਉਹਨਾਂ ਨੇ ਉਤਾਰ ਲਿਆ, ਇਹ ਵੀ ਲਾ ਲਿਆ। ਮਹਾਰਾਜ ਸਾਹਿਬ ਕਹਿੰਦੇ ਖੀਰ ਨੂੰ ਕੁਝ ਵੀ ਨਾਲ ਨਹੀਂ ਤੁਰਨਾ। ਸਜਣਾ ਜੇ ਨਾਲ ਜਾਣਾ ਏ ਤੇ ਰੱਬ ਦਾ ਨਾਮ ਜਾਣਾ, ਇਹ ਤਨ ਵੀ ਤੇਰੇ ਨਾਲ ਨਹੀਂ ਜਾਣਾ। ਜੋ ਤਨ ਉਪਜਿਓ ਸੰਗ ਹੀ ਸੋਪੀ ਸੰਗ ਨਾ ਹੋਆ, ਇਹਨੇ ਵੀ ਤੇਰੇ ਨਾਲ ਨਹੀਂ ਤੁਰਨਾ। ਬੰਦਗੀ ਕਰ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਸੋਨਾ ਚਾਂਦੀ ਔਰ ਦੌਲਤ ਸ਼ੋਹਰਤ ਨਹੀਂ ਹੋ ਜਾਣੀ, ਇਹ ਤੈਨੂੰ ਸੁਭਦਾ ਦਿੱਤੀਆਂ ਨੇ, ਇਹਨਾਂ ਦੇ ਵਿੱਚ ਰਹਿ ਕੇ ਦਾਤੇ ਨੂੰ ਸਿਮਰ, ਤਨ ਨਾਲ ਸਿਮਰ, ਪਰਿਵਾਰ ਵਿੱਚ ਸਿਮਰ, ਇਹ ਤੇਰੇ ਨਾਲ ਜਾਏਗਾ ਤੁਰੇਗਾ, ਹੋਰ ਕੁਝ ਨਹੀਂ ਉਹ ਤੇਰੇ ਨਾਲ ਜਾਣ ਵਾਲਾ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਮਹਾਰਾਜ ਮੇਰ ਕਰਦੇ ਨੇ। ਕਹਿੰਦੇ ਕਬੀਰ ਵੈਸਨੋ ਹੁਆ ਤਾ ਕਿਆ ਭਇਆ, ਮਾਲਾ ਮਿਲੀ ਚਾਰ, ਬਾਹਰ ਕੰਚਨ ਬਾਰਾ ਭੀਤਰ ਭਰੀ ਪੰਗਾਰ। ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਸਾਧੂ ਨੂੰ ਤੱਕਿਆ, ਉਹਨੇ ਬਾਹਰ ਤਨ ਨੂੰ ਬੜਾ ਚਮਕਾਇਆ ਹੈ, ਬੜੇ ਸੁੰਦਰ ਲਿਬਾਸ ਨੂੰ ਪਹਿਨਿਆ ਹੋਇਆ ਹੈ ਤੇ ਬੜੀਆਂ ਮਾਲਾ ਪਾਈ ਬੈਠਾ ਹੈ। ਇੱਕ ਰੁਦਰਾਕ ਦੀ ਪਾਈ ਬੈਠਾ ਹੈ, ਕਾਠ ਦੀ ਪਾਈ ਬੈਠਾ ਹੈ, ਔਰ ਚਾਂਦੀ ਦੀ ਪਾਈ ਬੈਠਾ ਹੈ, ਸੋਨੇ ਦੇ ਮਣਕੇ ਬਣਾ ਕੇ ਪਾਈ ਬੈਠਾ ਹੈ। ਦਿਖਾਵਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਹੋਇਆ ਕਿ ਇਹਨੇ ਚਾਰ ਮਾਲਾ ਜਿਹੜੀਆਂ ਨੇ ਸੁੰਦਰ, ਉਹਨਾਂ ਨੂੰ ਨੀਲੀ ਗਲ ਵਿੱਚ ਪਹਿਨਿਆ ਹੋਇਆ।
ਉਹਨਾਂ ਨੂੰ ਵੈਸ਼ਨੂ ਬਣਿਆ, ਸਾਧੂ ਬਣਿਆ, ਮਾਲਾ ਐਸੀਆਂ ਪਹਿਨੀ ਬੈਠਾ ਹੈ, ਬਾਹਰ ਕੰਚਨ ਬਹਾਰਾ। ਮਹਾਰਾਜ ਕਹਿੰਦੇ ਬਾਹਰ ਕੰਚਨ ਦੀਦਾ ਹੈ, ਬਾਹਰੋਂ ਸੋਨਾ ਦੀਦਾ ਹੈ, ਬਾਹਰੋਂ ਚਮਕ ਦਮਕ ਦੀਦੀ ਆ, ਬਾਹਰੋਂ ਵੈਸ਼ਨੂ ਸਾਧੂ ਦੀਦਾ ਹੈ, ਮਹਾਤਮਾ ਦੀਦਾ ਹੈ, ਧਾਰਮਿਕ ਦੀਦਾ ਹੈ। ਮਹਾਰਾਜ ਕਹਿੰਦੇ ਭੀਤਰ ਭਰੀ ਪੰਘਾਰ, ਕਹਿੰਦੇ ਅੰਦਰ ਸਾਰੀ ਲੱਖ ਹੀ ਲੱਖ ਭਰੀ। ਲੱਖ ਨੂੰ ਵਿਦਵਾਨ ਕਹਿੰਦੇ ਇੱਕ ਵਾਰੀ ਅੱਗ ਲੱਗ ਜਾਵੇ ਨਾ ਫਿਰ ਬੁਝਦੀ ਨਹੀਂ, ਉਹ ਲੱਖ ਦੀ ਅੱਗ ਇਹੋ ਜਿਹੀ। ਕਹਿੰਦੇ ਅੰਦਰ ਲੱਖ ਇੱਕ ਵਾਰੀ ਮੜੀ ਦੀ ਚੰਗਾੜੀ ਛੇੜ ਦਿਓ, ਅੰਦਰ ਇੰਨੀ ਈਰਖਾ ਦਾ ਫਿਰ ਭਾਂਬੜ ਮੱਚਦਾ, ਉਹ ਦੂਜਿਆਂ ਨੂੰ ਵੀ ਸਾੜ ਦਿੰਦਾ ਔਰ ਦੂਜਿਆਂ ਨੂੰ ਵੀ ਵਿਨਾਸ਼ ਕਰ ਦਿੰਦਾ ਹੈ। ਮਹਾਰਾਜ ਕਹਿੰਦੇ ਅੰਦਰ ਲੱਖ ਭਰੀ, ਅੰਦਰ ਤੇਰੀ ਪੰਘਾਰ ਭਰੀ ਹੋਈ ਆ। ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਐਸੇ ਬਚਨ ਕਹੇ ਫਿਰ ਇਹਨੂੰ ਕਹਿੰਦੇ ਸਜਣਾ ਰੱਬ ਨਾਲ ਜੋੜ, ਰੱਬ ਵਾਲੇ ਮਾਰਗ ਤੇ ਤੁਰ, ਤਾਂ ਕੁਝ ਪੱਲੇ ਪੈਣਾ ਹੀ। ਮਹਾਰਾਜ ਕਿਰਪਾ ਕਰੋ ਮੈਨੂੰ ਉਪਦੇਸ਼ ਦਿਓ। ਫਿਰ ਮਹਾਰਾਜ ਕਬੀਰ ਸਾਹਿਬ ਬੜਾ ਪ੍ਰੇਮ ਸਹਿਤ ਪ੍ਰਮਾਤਮਾ ਨੂੰ ਪਾਉਣ ਦਾ, ਨਿਰਮਾਨਤਾ ਵਿੱਚ ਆਉਣ ਦਾ, ਅੱਗੇ ਟੁਰਨ ਦਾ ਉਪਦੇਸ਼ ਦਿੰਦੇ ਨੇ। ਕਬੀਰਾ ਰੋੜਾ ਹੋਏ ਰਹੋ ਬਾਟਕਾ, ਤਦ ਮਨ ਕਾ ਅਭਿਮਾਨ। ਕਹਿੰਦੇ ਵੱਡਾ ਪਹਾੜ ਬਣਿਆ ਹੋਇਆ ਨਾ ਹੰਕਾਰ ਦਾ, ਛੋਟਾ ਜਿਹਾ ਰੋੜਾ ਰਸਤੇ ਦਾ ਬਣ, ਆਪਣਾ ਹੰਕਾਰ ਉਹਨੂੰ ਬਰੀਕੀ ਚ ਲਿਆ, ਨੀਵੇਂਪਣ ਚ ਲਿਆ, ਨਿਰਮਾਨਤਾ ਚ ਲਿਆ। ਜਦੋਂ ਇੱਥੇ ਆ ਗਿਆ ਇਹਨੂੰ ਮੰਜ਼ਲ ਨਾ ਸਮਝ ਲਵਾਂ ਕਿ ਮੇਰੀ ਮੰਜ਼ਲ, ਇੱਕ ਉਪਾਧੀ ਜ਼ਰੂਰ ਹੈ। ਜਿਵੇਂ ਕੋਈ ਆਦਮੀ ਦੂਰ ਜਾਣ ਵਾਲਾ ਨੂੰ ਥੱਕਦਾ ਹੈ ਤੇ ਕਿਸੇ ਬ੍ਰਿਸ਼ ਦੀ ਛਾਵੇਂ 10 ਮਿੰਟ ਬੈਠ ਜਾਏ, ਕਿਸੇ ਮੋਟਰ ਤੇ ਬੈਠ ਜਾਏ, ਕਿਸੇ ਬ੍ਰਿਸ਼ ਦੀ ਛਾਵੇਂ ਬੈਠ ਜਾਏ, ਪਾਣੀ ਧਾਨੀ ਪੀਵੇ, ਘੰਟਾ ਉੱਥੇ ਆਰਾਮ ਕਰੇ, ਤੇ ਜੇ ਉਹ ਆਖੇ ਮੇਰਾ ਟਿਕਾਣਾ ਹੀ ਹੈ, ਫਿਰ ਤਾਂ ਉਹ ਚੰਗਾ ਸਿਆਣਾ ਨਹੀਂ ਨਾ। ਉਹਦਾ ਟਿਕਾਣਾ ਨਹੀਂ, ਕੋਈ ਸਮਾਂ ਆਰਾਮ ਹੈ ਔਰ ਕੁਝ ਉਹਨੇ ਸਫ਼ਰ ਤੈਅ ਕਰ ਲਿਆ, ਇੱਥੇ ਸਾਹ ਲੈਂਦਾ ਹੈ। ਸਜਣਾ ਕੁਝ ਸਮਾਂ ਆਰਾਮ ਹੈ, ਇਹ ਤੇਰੀ ਅਵਸਥਾ ਹੈ। ਸਜਣਾ ਇਹ ਤੇਰਾ ਪੱਕਾ ਟਿਕਾਣਾ ਨਹੀਂ। ਕਹਿਣ ਲੱਗੇ ਕਿਉਂ? ਮਹਾਰਾਜ ਕਹਿੰਦੇ ਇਸ ਅਵਸਥਾ ਵਿੱਚ ਕੋਈ ਦੂਸ਼ਣ, ਜੇ ਪਹਾੜ ਵਰਗੇ ਹੰਕਾਰ ਚ ਦੂਸ਼ਣ ਸੀ ਨਾ, ਇਹਨਾਂ ਨੀਵਾਂ ਕੇ ਵੀ ਗੁਨਾਹ ਹੈ, ਇਹਦੇ ਚ ਇੱਕ ਦੋਸ਼ ਹੈ। ਕਿਹੜਾ? ਕਹਿੰਦੇ ਜਦੋਂ ਐਸਾ ਹੋ ਗਿਆ ਨਾ, ਕਹਿੰਦੇ ਸਜਣਾ ਫਿਰ ਪੰਥੀ ਕੋ ਦੁੱਖ ਦੇ। फिर की होवेगा? ऐसा कोई दास होए कबीर रूड़ा होए रहो बाट का तज मन का अभिमान। अपने अंदरों अभिमान हंकार नूं त्याग, रूड़ा बन निम्रता विच आ। महाराज कहंदे ऐसा कोई दास होए ताहे मिले भगवान। एवं निम्रता च आवे रब नूं तां मिलिया जाएगा। ते महाराज कबीर साहब कहन लगे सजना इत्थे बस नहीं, अगे नूं टुर। कह लगे कबीर रूड़ा हुआ ता क्या भया, पंथी को दुख दे। कहते जे रूड़ा हो गया ते रुक गया, फिर किड्डी कोई गल हो गई। रोड़ा भी तो अटकदा है ना, किसी दा ठेडा लग गया, किसी दे पैरां च अटकिया, किसी दे पैरां च अटकिया, किसी ने ठेडा मारिया इधर नूं धकेलता, किसी ने उधर नूं धकेलता। महाराज कहंदे रस्ते दा रोड़ा हो गया। हंकार ना कर ले भी मैं इन्नी निर्मानता च आ गया। कहंदे पल्ले कुछ नहीं पैना, तां की हो गया है? कहंदे तू राह दे पंथी दा अर्थ हुंदा है पांधी, चलन वाले, उन्हां लई दुखदाई बन गया है। रोड़ा उन्हां लई दुखदाई है। कह लगे ऐसा तेरा दास है जो धरनी बैठे मालका, तेरा दास ऐहो जिहा होवे जिवें धरती दे उपर बरीक खाक है ना, मिट्टी आ, इन्नी बरीकी चा रोड़े ते हंकार दे पहाड़ तो रोड़ा, रोड़े तो खाक बरीकी विच आ जा। ते इत्थे आके भी अभिमान ना करी, इत्थे भी हंकार ना करी, ये भी तेरी मंजिल नहीं। और सजना इत्थे तू कुछ समा रुक दिया, अगे नूं तुरना है। कहंदे कबीर खे हुई तो क्या भया। कहंदे जे तू आखे ना मैं ना बरीकी विच आ गया ते महाराज साहब कहंदे तां की हो गया। कबीर खे हुई तो क्या भया, जो उड लागे अंग। कहंदे मिट्टी च भी ये दुख जेड़ा दूषण है, कि सजना थोड़ी जी हवा चले मनुख दे वस्त्रां ते पैंदी आ, अखां च पैंदी आ, भोजन विच पैंदी आ, सब घट्टा मिट्टी कर देंदी, मैला मैला कर देंदी।
कहते सजना तेरा जीवन ऐसा ना होवे, तू ऐसा होवे कि तेरे कोल बैठन वाला और जिहड़ा है वो मिट्टी दी तरह किरकिरा हो जावे, ओदे जीवन विच घटा मिट्टी उठा देवे। कहते नहीं, तेरी मंजिल नहीं, तू अगे तुरना है, इस निम्रता तो भी अगे तुरना है। कह लगे कबीर खे हुई तो क्या भया, जो उड लागे अंग, हर जन ऐसा चाहिए ज्यों पानी सर बंग। रब दा प्यारा ऐवें चाहिदा है जिवें पानी हुंदा है, पानी ते पानी नूं मैल नहीं कहंदे लगदी। महाराज कहंदे सजना ये मान ना कर ली कि पानी प्यास बुझाउंदा, पानी मैल कपड़ियां दी तन दी उतारदा, पानी जेड़ा हरियावलता लैके आउंदा। कहंदे इत्थे रोक ना जाई, जे तेरे विच परोपकार पुन बिरती भी आ जावे ते सजना तू हौमे ना लै आवीं, ये मंजिल नहीं अगे तुरना। कह लगे कबीर पानी हुआ तां क्या भया, कहंदे जे पानी हो गया फिर किड्डी कोई गल हो गई, फिर इनू अपनी भगती ना जान लाई कि मैं रब हो गया। कबीर पानी हुआ तां क्या भया, सीरा ताता होए, कहंदे उहदे विच औगण नहीं, गर्मी च ओ तप जांदा पानी ते जेड़ा सियाल च ठंडा ठार हो जाता है। रब दे प्यारे विच औगण नहीं कि सर्दी आई तो बर्फ वांगू जम जावे ते गर्मी आई तो इन्ना गर्म होवे बस दूजे नेड़े ना खलो सकण, उबाले पिया मारे, उबलदा फिरे, नाले आप नूं साड़े ते नाले दूजियां नूं साड़े। कईयां दे बोल ही ऐसे ने, वो बोल ही ऐसे ने, वो आप भी अंदर ईर्खा नाल मचदे ने, गल्लां ही कई वार ऐसियां करदे, दूजे लागे खड़े नूं मैं गुस्सा आ जांदा, यार की करदा पिया बंदा। महाराज साहब कहंदे रब दे प्यारे च औगण नहीं, हर जन ऐसा चाहिए जैसा हर ही होए। कहंदे रब दे प्यारे दी मंजिल ही वो एहो जिहा हुंदा जिहो जिहा रब है, जो जल में जल आई खटाना, जो ज्योति संग ज्योत समाना, मिट गए गगन पाए विश्राम, नानक प्रभ पै सद कुर्बान, गुर कृपा जे नर को कीनी, तेह ए जुगत पछानी, नानक लीन भयो गोबिंद सियो, जो पानी संग पानी, हर जन ऐसा चाहिए जैसा हर ही होए। ਉਹ ਰੱਬ ਵਰਗਾ ਹੋ ਜਾਂਦਾ, ਰੱਬ ਵਿੱਚ ਉਹਦੇ ਵਿੱਚ ਭਿੰਨ ਭੇਦ ਕੋਈ ਨਹੀਂ ਰਹਿ ਜਾਂਦਾ। ਇਹ ਮਹਾਰਾਜ ਕਬੀਰ ਸਾਹਿਬ ਨੇ ਸਾਡੇ ਤੇ ਕਿਰਪਾਲਤਾ ਕਰਨੇ ਆ, ਸਾਡੇ ਤੇ ਰਹਿਮਤ ਕਰਨੇ, ਸਾਨੂੰ ਉਪਦੇਸ਼ ਦਿੱਤਾ ਹੈ, ਅਸੀਂ ਵੀ ਜੀਵਨ ਵਿੱਚ ਬਦਲਾਅ ਲਿਆਈਏ, ਜਪਣ ਵਾਲੇ ਤੁਰੀਏ। ਔਰ ਇਹ ਸਾਡੀ ਮੰਜ਼ਲ ਨਹੀਂ, ਜਿਹੜੀ ਉਪਾਧੀ ਚ ਆਪਾਂ ਖੜੇ ਨਾ ਸ਼ਰੀਰਾਂ ਦੇ ਵਿੱਚ, ਇਹ ਸਦੀਵ ਨਹੀਂ ਰਹਿਣੀ, ਇਹਦੋਂ ਅੱਗੇ ਟੁਰਨਾ ਹੈ। ਉੱਥੇ ਪਹੁੰਚਣ ਤੋਂ ਪਹਿਲਾਂ ਉੱਥੋਂ ਦੇ ਸਮਾਨ ਸਾਜੋ ਸਮਾਨ ਜੋ ਲੋੜੀਂਦੀਆਂ ਵਸਤੂ ਨੇ ਉਹਨਾਂ ਨੂੰ ਇਕੱਠੀਆਂ ਕਰੀਏ, ਜੋ ਸੰਸਾਰ ਵਿੱਚੋਂ ਨਿਰੰਕਾਰ ਦੇ ਘਰ ਤੱਕ ਨਾਲ ਜਾਣ, ਖੱਟ ਕਮਾ ਕੇ ਜਾਈਏ। ਇਹ ਸੰਸਾਰ ਦੇ ਅੰਦਰ ਸਰੀਰਕ ਤੌਰ ਤੇ ਰਹਿਣਾ, ਇਹ ਵੀ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ। एक जिम्मेवारी है जिहड़ी निरंकार तक पहुंचना है, अपनी तैयारी भी रखनी, बई पता नहीं केड़ा समा कद आ जाना है, उदों पहला पल्ले कुछ होवे, कुछ नाल होवे, जेड़ा असीं लैके टुर सकीए, वो दरगाह तक साडे नाल जा सके। सतगुरु गरीब नवाज कृपालता करन, सानू सबना नूं समाध दा दान बख्शिश करन, असीं संसार विचों निरंकार दा सिमरन पल्ले बन के टुरीए, फिर साडा आया सफला। बेअंत भुल्लां दी खिमा सतगुरु दे बचन जान के, सतगुरु की संगत ने हिरदियां अंदर वसावने, दास नूं गुरु की संगत दा, गुरु गोबिंद सिंह महाराज दे दर दा कुकर जान के बेअंत भुल्लां दी खिमा करनी जी। इन्नियां कु बेनतियां प्रवान करनियां, अरदास अंदर शामिल होइए। वाहिगुरु जी का खालसा।